ਅੱਜ ਦੀ ਕਹਾਣੀ ਇੱਕ ਅਜਿਹੀ ਕੁੜੀ ਦੀ ਹੈ ਜਿਸ ਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਤਕਲੀਫ ਹੰਝੂ ਸੀ। ਮੇਰਾ ਨਾਂ ਰੇਸ਼ਮਾ ਹੈ। ਸਾਡੇ ਪਰਿਵਾਰ ਵਿੱਚ ਮੈਂ ਤੇ ਮੇਰੀ ਮਾਂ ਸੀ। ਮੇਰੇ ਪਿਓ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਗਈ ਸੀ। ਮੇਰੀ ਮਾਂ ਬੈਂਕ ਵਿੱਚ ਨੌਕਰੀ ਕਰਦੀ ਸੀ। ਉਸ ਦੀ ਤਨਖਾਹ ਵਧੀਆ ਸੀ। ਸਾਡੇ ਘਰ ਦਾ ਖਰਚਾ ਉਸ ਨਾਲ ਹੀ ਚੱਲਦਾ ਸੀ। ਮੇਰੀ ਮਾਂ ਟਿਊਸ਼ਨ ਵੀ ਪੜ੍ਹਾਉਂਦੀ ਸੀ। ਮੇਰੀ ਮਾਂ ਨੇ ਘਰ ਦਾ ਕੰਮ ਕਰਨ ਲਈ ਇੱਕ ਕੁੜੀ ਰੱਖੀ ਸੀ। ਉਹ ਘਰ ਦਾ ਸਾਰਾ ਕੰਮ ਕਰਦੀ ਸੀ। ਉਹ ਬਹੁਤ ਹੀ ਸੋਹਣੀ ਸੀ। ਮੇਰੀ ਮਾਂ ਕੋਲੋਂ ਕੰਮ ਕਰਨ ਦਾ ਸਮਾਂ ਨਹੀਂ ਸੀ ਹੁੰਦਾ। ਮੈਨੂੰ ਮਾਂ ਨੇ ਬਹੁਤ ਲਾਡਾਂ ਅਤੇ ਪਿਆਰ ਨਾਲ ਪਾਲਿਆ ਸੀ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ। ਜਦੋਂ ਮੈਂ ਜਵਾਨ ਹੋਈ ਤਾਂ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਸੀ। ਮੇਰਾ ਘਰ ਵਾਲਾ ਇੱਕ ਚੰਗੇ ਪਰਿਵਾਰ ਵਿੱਚੋਂ ਸੀ। ਮੇਰੇ ਵਿਆਹ ਤੋਂ 7 ਮਹੀਨੇ ਬਾਅਦ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਮੇਰਾ ਘਰ ਵਾਲਾ ਇੱਕ ਚੰਗੀ ਨੌਕਰੀ ਕਰਦਾ ਸੀ, ਪਰ ਹੁਣ ਘਰ ਵਿੱਚ ਕੋਈ ਨਾ ਕੋਈ ਦਿੱਕਤ ਆ ਜਾਂਦੀ ਸੀ। ਸਾਡਾ ਘਰ ਬਹੁਤ ਛੋਟਾ ਜਿਹਾ ਸੀ। ਇੱਕ ਦਿਨ ਮੇਰਾ ਘਰ ਵਾਲਾ ਦਫ਼ਤਰੋਂ ਆ ਕੇ ਮੈਨੂੰ ਕਹਿਣ ਲੱਗਾ ਕਿ ਰੇਸ਼ਮਾ, ਤੈਨੂੰ ਯਾਦ ਹੈ ਉਹ ਕੁੜੀ ਜੋ ਬਹੁਤ ਸੋਹਣੀ ਸੀ, ਤੇਰੇ ਵਿਆਹ ਵਿੱਚ ਬਹੁਤ ਰੌਣਕ ਲਾਈ ਸੀ। ਉਸ ਦੇ ਲੰਬੇ ਵਾਲ ਸੀ ਤੇ ਬਿੱਲੀਆਂ ਅੱਖਾਂ ਸੀ। ਮੈਂ ਕਿਹਾ, ਅੱਛਾ ਰਾਧਿਕਾ, ਉਹ ਤਾਂ ਮੇਰੀ ਬਹੁਤ ਚੰਗੀ ਸਹੇਲੀ ਸੀ। ਮੇਰੇ ਘਰ ਵਾਲੇ ਨੇ ਕਿਹਾ ਕਿ ਹਾਂ ਉਹੀ। ਅੱਜ ਮੈਂ ਉਸ ਨੂੰ ਇੱਕ ਬਹੁਤ ਵੱਡੀ ਗੱਡੀ ਵਿੱਚ ਦੇਖਿਆ। ਮੈਂ ਕਿਹਾ ਕਿ ਉਹ ਤਾਂ ਸਾਡੇ ਘਰ ਦੀ ਨੌਕਰੀ ਕਰਦੀ ਸੀ। ਮੇਰੀ ਮਾਂ ਦੇ ਘਰ ਦੇ ਹਾਲਾਤ ਬਹੁਤ ਵਧੀਆ ਸੀ। ਮੇਰੀ ਮਾਂ ਨੌਕਰੀ ਕਰਦੀ ਸੀ, ਉਸ ਦੀ ਸੈਲਰੀ ਵੀ ਵਧੀਆ ਸੀ। ਰਾਧਿਕਾ ਸਾਡੇ ਘਰ ਦੀ ਨੌਕਰਾਣੀ ਸੀ। ਉਹ ਗੱਡੀ ਵਿੱਚ ਕਿਵੇਂ ਹੋ ਸਕਦੀ ਹੈ? ਅੱਜ ਕੱਲ੍ਹ ਕਿੰਨੀ ਮਹਿੰਗਾਈ ਹੋ ਗਈ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਗੱਡੀ ਵਿੱਚ ਬੈਠੀ ਸੀ। ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਸੱਚ ਕਹਿ ਰਿਹਾ ਹਾਂ, ਇਸ ਲਈ ਮੈਂ ਤੈਨੂੰ ਕਹਿ ਰਿਹਾ ਹਾਂ। ਸ਼ਾਇਦ ਉਹ ਇਸੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਮੈਂ ਕਿਹਾ, ਉਸਨੇ ਘਰ ਬਦਲ ਲਿਆ ਹੋਣਾ। ਉਹ ਛੋਟੇ ਹੁੰਦੇ ਸਾਡੇ ਘਰ ਦੀ ਸਫਾਈ ਕਰਦੀ ਸੀ। ਫਿਰ ਉਹ ਜਿਵੇਂ-ਜਿਵੇਂ ਵੱਡੀ ਹੋਈ ਤਾਂ ਉਹ ਸਾਡੇ ਘਰ ਦਾ ਸਾਰਾ ਕੰਮ ਕਰਦੀ ਸੀ। ਮੈਂ ਉਸ ਨਾਲ ਖੇਡਦੀ ਸੀ। ਮੈਂ ਉਸ ਨੂੰ ਕਦੀ-ਕਦੀ ਆਪਣੀ ਪੁਰਾਣੀ ਚੀਜ਼ ਦੇ ਦਿੰਦੀ ਸੀ। ਮੈਂ ਉਸ ਨੂੰ ਜੋ ਦਿੰਦੀ ਸੀ, ਉਸ ਨੂੰ ਕਹਿ ਦਿੰਦੀ ਸੀ। ਮੈਨੂੰ ਬੜਾ ਘਮੰਡ ਹੁੰਦਾ ਸੀ। ਜੇਕਰ ਕਿਸੇ ਨੂੰ ਕੁਝ ਦੇਵੋ ਤਾਂ ਸੁਣਾਓ ਨਾ। ਇਹ ਬਹੁਤ ਗਲਤ ਸੀ। ਮੈਨੂੰ ਇਸੇ ਗੱਲ ਦੀ ਸਜ਼ਾ ਮਿਲੀ ਹੈ। ਮੈਂ ਉਸ ਦੇ ਮੁਹੱਲੇ ਵਿੱਚ ਗਈ ਤੇ ਸੋਚਿਆ ਕਿ ਇੱਕ ਵਾਰੀ ਪੁੱਛਾਂ ਕਿ ਤੇਰੇ ਹਾਲਾਤ ਕਿੱਦਾਂ ਬਦਲ ਗਏ। ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਕਿ ਰਾਧਿਕਾ ਦਾ ਕਿੱਥੇ ਹੈ ਤਾਂ ਉਹ ਬੋਲੇ, ਉਹ ਰਾਧਿਕਾ ਜੋ ਲੋਕਾਂ ਦੇ ਘਰ ਕੰਮ ਕਰਦੀ ਹੈ। ਮੈਂ ਹੈਰਾਨ ਹੋ ਗਈ ਕਿ ਜੇਕਰ ਉਹ ਗੱਡੀ ਵਿੱਚ ਬੈਠੀ ਸੀ ਤਾਂ ਫਿਰ ਲੋਕਾਂ ਦੇ ਘਰ ਕੰਮ ਕਰਨ ਵੀ ਜਾਂਦੀ ਹੈ। ਫਿਰ ਮੈਂ ਸੋਚਿਆ ਕੀ ਪਤਾ ਅਮੀਰ ਘਰਾਂ ਵਿੱਚ ਕੰਮ ਕਰਨ ਜਾਂਦੀ ਹੋਵੇ, ਉਹ ਵਧੀਆ ਪੈਸੇ ਦਿੰਦੇ ਹੋਣ। ਪਰ ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਇੰਨੀ ਤਨਖਾਹ ਕੋਈ ਨਹੀਂ ਦਿੰਦਾ ਕਿ ਗੱਡੀ ਖਰੀਦ ਲਏ। ਮੇਰਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਹੈ ਤੇ ਸਾਨੂੰ ਤਾਂ ਆਪਣਾ ਗੁਜ਼ਾਰਾ ਕਰਨ ਵਿੱਚ ਬਹੁਤ ਦਿੱਕਤ ਸੀ, ਕਿਉਂਕਿ ਮੇਰੇ 3 ਬੱਚੇ ਸੀ ਤੇ ਤਿੰਨਾਂ ਦਾ ਖਰਚਾ ਵੀ ਸੀ। ਮੈਂ ਉਸ ਨੂੰ ਮਿਲਣਾ ਚਾਹੁੰਦੀ ਸੀ ਪਰ ਉਹ ਘਰ ਨਹੀਂ ਸੀ। ਮੈਂ ਉਸ ਦਾ ਘਰ ਦੇਖ ਲਿਆ ਸੀ। ਜਿਸ ਔਰਤ ਤੋਂ ਮੈਂ ਉਸ ਬਾਰੇ ਪੁੱਛਿਆ ਸੀ, ਉਸਨੇ ਕਿਹਾ ਕਿ ਉਹ ਤਾਂ ਬਹੁਤ ਅਜੀਬ ਕੁੜੀ ਹੈ। ਤੁਹਾਡੀ ਕੀ ਲੱਗਦੀ ਹੈ? ਕੋਈ ਰਿਸ਼ਤੇਦਾਰ ਹੈ ਜਾਂ ਤੁਹਾਡੀ ਦੋਸਤ ਹੈ? ਜੇਕਰ ਮੈਂ ਉਸ ਨੂੰ ਕਹਿੰਦੀ ਤਾਂ ਉਹ ਕਹਿ ਦਿੰਦੀ ਕਿ ਤੁਸੀਂ ਵੀ ਬਹੁਤ ਅਜੀਬ ਹੋ। ਮੈਂ ਉਸ ਨੂੰ ਕਿਹਾ ਕਿ ਉਹ ਮੇਰੀ ਦੋਸਤ ਹੈ। ਉਹ ਸਾਡੇ ਘਰ ਕੰਮ ਕਰਦੀ ਸੀ। ਉਸ ਨੇ ਕਿਹਾ, ਹਾਂ, ਕੰਮ ਤਾਂ ਉਹ ਹੁਣ ਵੀ ਕਰਦੀ ਹੈ, ਪਰ ਉਸ ਦੀਆਂ ਹਰਕਤਾਂ ਬਹੁਤ ਅਜੀਬ ਨੇ। ਉਸ ਕੋਲ ਪੈਸੇ ਆ ਗਏ ਹਨ। ਉਸ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਹਨ ਪਤਾ ਨਹੀਂ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਕਿਸੇ ਬਾਰੇ ਇੱਦਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਹਾਲੇ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਕੀ ਕੰਮ ਕਰਦੀ ਹੈ। ਉਹ ਮੇਰੇ ਬਚਪਨ ਦੀ ਦੋਸਤ ਸੀ ਅਤੇ ਜੇ ਕੋਈ ਉਸ ਨੂੰ ਕੁਝ ਕਵੇ, ਉਸ ਨੂੰ ਕਹਿਣਾ ਮੇਰਾ ਫਰਜ਼ ਹੈ, ਕਿਉਂਕਿ ਉਹ ਮੇਰੀ ਦੋਸਤ ਦੀ ਕੋਈ ਬੁਰਾਈ ਕਰੇ, ਇਹ ਮੈਨੂੰ ਪਸੰਦ ਨਹੀਂ ਸੀ। ਮੈਂ ਉੱਥੋਂ ਚਲੀ ਗਈ। 2 ਦਿਨ ਬਾਅਦ ਮੈਂ ਉਸ ਦੇ ਘਰ ਫੇਰ ਗਈ। ਉਹ ਮੈਨੂੰ ਮਿਲ ਗਈ ਸੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ, ਮੈਂ ਤੈਨੂੰ ਬਹੁਤ ਯਾਦ ਕਰਦੀ ਸੀ, ਪਰ ਤੈਨੂੰ ਮੇਰੀ ਯਾਦ ਕਿਵੇਂ ਆ ਗਈ? ਮੈਂ ਕਿਹਾ, ਬਸ ਆ ਹੀ ਗਈ ਤੇਰੀ ਯਾਦ। ਤੇਰਾ ਕੀ ਹਾਲ ਹੈ? ਮੈਂ ਉਸ ਨੂੰ ਪੁੱਛਿਆ। ਉਸਨੇ ਕਿਹਾ ਕਿ ਮੈਂ ਪੂਰੇ 7 ਸਾਲ ਬਾਅਦ ਤੈਨੂੰ ਦੇਖਿਆ ਹੈ। ਮੈਂ ਕਿਹਾ, ਕੀ ਕਰਾਂ, ਬੱਚਿਆਂ ਵਿੱਚ ਘਿਰੀ ਰਹਿਣ ਕਰਕੇ ਬਿਜ਼ੀ ਹਾਂ। ਮੇਰੇ 3 ਬੱਚੇ ਹਨ। ਅੱਜ ਮੇਰੇ ਘਰ ਵਾਲੇ ਨੂੰ ਛੁੱਟੀ ਸੀ, ਇਸ ਲਈ ਉਹਨਾਂ ਕੋਲ ਛੱਡ ਕੇ ਆਈ ਹਾਂ ਤੇ ਤੈਨੂੰ ਮਿਲਣ ਲਈ ਵਕਤ ਕੱਢ ਪਾਈ। ਬੱਚੇ ਬਹੁਤ ਤੰਗ ਕਰਦੇ ਹਨ, ਇਸ ਲਈ ਘਰ ਛੱਡ ਕੇ ਆਈ ਹਾਂ। ਉਸਨੇ ਕਿਹਾ ਕਿ ਤੂੰ ਅੰਦਰ ਤਾਂ ਆ ਜਾ। ਜਦੋਂ ਮੈਂ ਉਸ ਦੇ ਅੰਦਰ ਗਈ, ਉਸ ਦੇ ਘਰ ਦੇ ਹਾਲਾਤ ਮੇਰੇ ਘਰ ਦੇ ਹਾਲਾਤਾਂ ਨਾਲੋਂ ਬਹੁਤ ਵਧੀਆ ਸੀ। ਉਸ ਦੇ ਘਰ ਇੱਕ LED ਲੱਗੀ ਸੀ।
ਏਸੀ ਵੀ ਲੱਗਿਆ ਸੀ। ਮੈਂ ਉਸਨੂੰ ਕਿਹਾ ਕਿ ਮੈਂ ਤਾਂ ਤੇਰੇ ਘਰ ਨੂੰ ਦੇਖ ਕੇ ਹੈਰਾਨ ਹਾਂ, ਪਰ ਤੂੰ ਕਿਉਂ ਲੋਕਾਂ ਦੇ ਘਰ ਕੰਮ ਕਰਦੀ ਹੈ? ਮੈਂ ਉਸਨੂੰ ਤਰੀਕੇ ਨਾਲ ਪੁੱਛਿਆ ਤਾਂ ਜੋ ਉਸਨੂੰ ਬੁਰਾ ਨਾ ਲੱਗ ਜਾਵੇ, ਕਿਤੇ ਉਹ ਇਹ ਨਾ ਸੋਚੇ ਕਿ ਮੈਂ ਉਸ ਤੋਂ ਜਲ ਰਹੀ ਹਾਂ। ਮੈਂ ਉਸਨੂੰ ਕਿਹਾ ਕਿ ਤੂੰ ਹਾਲੇ ਵੀ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਹੈ ਤੇ ਤੇਰੇ ਕੋਲ ਇੰਨਾ ਪੈਸਾ ਕਿੱਥੋਂ ਆਇਆ, ਜਾਂ ਫਿਰ ਤੂੰ ਕਿਸੇ ਅਮੀਰ ਘਰ ਕੰਮ ਕਰਦੀ ਹੈ। ਫਿਰ ਉਸਨੇ ਮੈਨੂੰ ਆਪਣੀ ਕਹਾਣੀ ਦੱਸੀ ਤੇ ਇੱਕ ਅਜਿਹੀ ਗੱਲ ਦੱਸੀ ਕਿ ਮੈਂ ਸੁਣ ਕੇ ਹੈਰਾਨ ਹੋ ਗਈ ਸੀ। ਉਸਨੇ ਕਿਹਾ ਕਿ ਮੈਂ ਕੰਮ ਤਾਂ ਇੱਕ ਘਰ ਵਿੱਚ ਹੀ ਕਰਦੀ ਹਾਂ ਤੇ ਸਭ ਕੁਝ ਆਪਣੇ ਪੈਸੇ ਤੋਂ ਹੀ ਬਣਾਇਆ ਹੈ। ਉਸਨੇ ਕਿਹਾ, ਤੇਰੀ ਮਾਂ ਬਹੁਤ ਚੰਗੀ ਸੀ, ਉਹ ਮੈਨੂੰ ਆਪਣੀ ਧੀ ਵਾਂਗ ਪਿਆਰ ਕਰਦੀ ਸੀ। ਤੇਰੇ ਵਿਆਹ ਤੋਂ ਬਾਅਦ ਉਹ ਇਸ ਦੁਨੀਆ ਤੋਂ ਚਲੀ ਗਈ ਸੀ। ਮੇਰੀ ਜ਼ਿੰਦਗੀ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਸੀ। ਤੈਨੂੰ ਤਾਂ ਪਤਾ ਹੀ ਹੈ ਕਿ ਮੇਰਾ ਕੋਈ ਨਹੀਂ ਹੈ। ਮੈਂ ਬਚਪਨ ਤੋਂ ਹੀ ਅਨਾਥ ਸੀ। ਮੈਂ ਲੋਕਾਂ ਦੇ ਘਰ ਕੰਮ ਕਰਦੀ ਸੀ। ਫਿਰ ਮੈਨੂੰ ਇੱਕ ਅਮੀਰ ਘਰ ਵਿੱਚ ਕੰਮ ਮਿਲ ਗਿਆ ਸੀ। ਇਹ ਇੱਕ ਹਵੇਲੀ ਸੀ। ਉਹ 4 ਭਾਈ ਸੀ ਤੇ ਉਹਨਾਂ ਦੀ ਮਾਂ ਸੀ। ਉਹਨਾਂ ਦੇ ਪਿਓ ਦੀ ਮੌਤ ਹੋ ਚੁੱਕੀ ਸੀ। ਸਾਰੇ ਘਰ ਵਿੱਚ ਉਹਨਾਂ ਦੇ ਮਾਂ ਦੀ ਹਕੂਮਤ ਚੱਲਦੀ ਹੈ। ਹੋਰ ਤਾਂ ਹੋਰ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ, ਪਰ ਹਾਲੇ ਉਹਨਾਂ ਦੇ ਕੋਈ ਔਲਾਦ ਨਹੀਂ ਹੈ। ਉਹਨਾਂ ਦੀ ਮਾਂ ਨੇ ਆਪਣੀ ਭੈਣ ਦੀਆਂ 4 ਕੁੜੀਆਂ ਨਾਲ ਆਪਣੇ 4 ਮੁੰਡਿਆਂ ਦਾ ਵਿਆਹ ਕਰਵਾ ਦਿੱਤਾ। ਜਿਹੜੀ ਘਰ ਦੀ ਮਾਲਕਣ ਹੈ, ਉਸਦੀ ਛੋਟੀ ਭੈਣ ਦੀ ਤਮੰਨਾ ਸੀ ਕਿ ਉਹ ਆਪਣੀ ਕੁੜੀਆਂ ਦਾ ਵਿਆਹ ਉਸ ਦੇ ਮੁੰਡਿਆਂ ਨਾਲ ਕਰੇ। ਉਹ ਬਹੁਤ ਅਮੀਰ ਸਨ ਅਤੇ 4 ਬਹੂਆਂ ਬਹੁਤ ਪੜ੍ਹੀਆਂ ਹਨ। ਇਸ ਲਈ ਉਸਨੇ ਆਪਣੀ ਭੈਣ ਦਾ ਕਹਿਣਾ ਨਹੀਂ ਮੋੜਿਆ। ਉਸ ਦੀਆਂ ਕੁੜੀਆਂ ਨੂੰ ਆਪਣੀਆਂ ਨੂੰਹਾਂ ਬਣਾ ਲਿਆ। ਉਹਨਾਂ ਦੇ 4 ਮੁੰਡੇ ਬਹੁਤ ਸੋਹਣੇ ਹਨ ਅਤੇ ਜੇ ਤੁਸੀਂ ਨੂੰਹਾਂ ਦੇਖੋ ਤਾਂ ਦੇਖਦੇ ਹੀ ਰਹਿ ਜਾਵੋਗੇ। ਉਹ ਬਹੁਤ ਕਾਲੀਆਂ ਨੇ। ਉਹ ਜਿੰਨੇ ਅਮੀਰ ਨੇ ਓਨੇ ਹੀ ਸੋਹਣੇ ਨੇ। ਮੈਂ ਕਿਹਾ ਕਿ ਇੱਦਾਂ ਵੀ ਹੁੰਦਾ ਹੈ? ਤਾਂ ਉਹਨੇ ਕਿਹਾ ਕਿ ਹਾਂ, ਇੱਦਾਂ ਵੀ ਹੁੰਦਾ ਹੈ, ਕਿਉਂਕਿ ਬੜੀ ਮਾਲਕਣ ਨੇ ਆਪਣੀ ਭੈਣ ਨੂੰ ਜ਼ੁਬਾਨ ਦਿੱਤੀ ਸੀ ਕਿ ਸਾਡੇ ਘਰ ਵਿੱਚ ਜ਼ੁਬਾਨ ਦੀ ਬਹੁਤ ਅਹਿਮੀਅਤ ਹੈ। ਇਸ ਲਈ ਉਹਨਾਂ ਨੇ ਆਪਣੀ ਭੈਣ ਦੀਆਂ 4 ਕੁੜੀਆਂ ਨੂੰ ਆਪਣੀ ਨੂੰਹ ਬਣਾ ਲਿਆ ਸੀ। ਪਰ ਉਹ 4 ਨਾ ਦੇਖਣ ਵਿੱਚ ਸੋਹਣੀਆਂ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਅਕਲ ਨਹੀਂ ਹੈ। ਬਸ ਪੜ੍ਹੀਆਂ ਲਿਖੀਆਂ ਨੇ ਤੇ ਡਿਗਰੀਆਂ ਸਭ ਕੋਲ ਨੇ, ਪਰ ਆਉਂਦਾ ਕਿਸੇ ਨੂੰ ਕੁਝ ਨਹੀਂ। ਮੈਂ ਕਿਹਾ ਕਿ ਤੈਨੂੰ ਜ਼ਿਆਦਾ ਪੈਸੇ ਦਿੰਦੇ ਹਨ? ਉਸਨੇ ਕਿਹਾ ਕਿ ਹਾਂ, ਉਹ ਮੈਨੂੰ 40,000 ਰੁਪਏ ਮਹੀਨਾ ਦਿੰਦੇ ਨੇ। ਉਹਨਾਂ ਦਾ ਘਰ ਬਹੁਤ ਵੱਡਾ ਹੈ। ਉਹਨਾਂ ਦੇ ਘਰ ਵਿੱਚ ਕੰਮ ਵੀ ਬਹੁਤ ਹੁੰਦੇ ਹਨ। ਉੱਥੇ ਕੋਈ ਹੋਰ ਨੌਕਰਾਣੀ ਰੁਕਦੀ ਨਹੀਂ। ਮੈਂ ਉਸਨੂੰ ਕਿਹਾ ਕਿ ਤੈਨੂੰ 40,000 ਰੁਪਏ ਮਿਲਦੇ ਹਨ, ਤੂੰ ਇੰਨਾ ਸਭ ਕੁਝ ਕਿਵੇਂ ਕਰ ਲਿਆ? ਮੈਨੂੰ ਰਾਧਿਕਾ ਦੀ ਗੱਲ ਸਮਝ ਨਹੀਂ ਆ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਰਾਜ਼ ਜਾਣਨ ਲਈ ਆਈ ਹੈ। ਮੈਂ ਕਿਹਾ ਕਿ ਹਾਂ, ਮੈਂ ਤੇਰੀ ਦੋਸਤ ਹਾਂ, ਮੇਰਾ ਜਾਣਨ ਦਾ ਹੱਕ ਹੈ। ਮੈਂ ਉਸਨੂੰ ਕਿਹਾ ਕਿ ਮੇਰਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਹੈ, ਜ਼ਿਆਦਾ ਵਧੀਆ ਪੋਸਟ ਨਹੀਂ, ਫਿਰ ਵੀ ਸਾਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਬੱਚਿਆਂ ਦਾ ਖਾਣ ਪੀਣ, ਉਹਨਾਂ ਦੀ ਟਿਊਸ਼ਨ ਫੀਸ, ਸਕੂਲ ਦੀ ਫੀਸ, ਬਹੁਤ ਤੰਗੀ ਹੈ। ਜ਼ਿੰਦਗੀ ਵਿੱਚ ਹੁਣ ਕੋਈ ਖੁਸ਼ੀ ਨਹੀਂ ਹੈ। ਮੈਨੂੰ ਕਿਹਾ, ਤੂੰ ਇੱਥੋਂ ਜਦੋਂ ਜਾਏਂਗੀ, ਜ਼ਿੰਦਗੀ ਵਿੱਚ ਖੁਸ਼ੀਆਂ ਹੋਣਗੀਆਂ, ਸਕੂਨ ਵੀ ਹੋਵੇਗਾ। ਮੈਂ ਉਸਨੂੰ ਕਿਹਾ ਕਿ ਤੇਰਾ ਕੀ ਮਤਲਬ ਹੈ? ਉਸਨੇ ਕਿਹਾ, ਤੈਨੂੰ ਬਾਅਦ ਵਿੱਚ ਦੱਸਦੀ ਹਾਂ, ਪਹਿਲਾਂ ਮੇਰੀ ਗੱਲ ਸੁਣ। ਉਹ ਮੈਨੂੰ ਇੱਕ ਕਮਰੇ ਵਿੱਚ ਲੈ ਗਈ। ਇਹ ਸ਼ਾਇਦ ਉਸਦਾ ਬੈੱਡਰੂਮ ਸੀ। ਉਸ ਵਿੱਚ ਬਹੁਤ ਵਧੀਆ ਤੇ ਮਹਿੰਗਾ ਫਰਨੀਚਰ ਸੀ। ਕਮਰਾ ਬਹੁਤ ਹੀ ਸੋਹਣਾ ਸੀ, ਵਧੀਆ ਸਜਿਆ ਸੀ, ਮਹਿੰਗੇ ਸੋਫੇ ਪਏ ਸਨ, ਹਰ ਇੱਕ ਚੀਜ਼ ਕੀਮਤੀ ਸੀ। ਮੇਕਅਪ ਦਾ ਸਮਾਨ ਵੀ ਵਧੀਆ ਤੇ ਕੀਮਤੀ ਸੀ। ਸ਼ਾਇਦ ਉਸਨੂੰ ਸ਼ੌਂਕ ਸੀ। ਮੈਂ ਤਾਂ ਹੈਰਾਨ ਹੋ ਗਈ ਸੀ। ਜਿਹੜੀ ਕੁੜੀ ਮੇਰਾ ਇਸਤੇਮਾਲ ਕੀਤਾ ਸਮਾਨ ਤੇ ਕੱਪੜੇ ਪਾਉਂਦੀ ਸੀ, ਉਸ ਕੋਲ ਅੱਜ ਹਰ ਚੀਜ਼ ਮਹਿੰਗੀ ਤੇ ਮਹਿੰਗੀ ਸੀ। ਮੈਂ ਬਹੁਤ ਦੰਗ ਰਹਿ ਗਈ ਸੀ। ਅੱਜ ਵੀ ਉਸਨੇ ਮੇਕਅਪ ਕੀਤਾ ਸੀ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਮੇਰੇ ਵਿਆਹ ਨੂੰ 7 ਸਾਲ ਹੋ ਗਏ ਸੀ ਤੇ 3 ਬੱਚੇ ਸੀ, ਪਰ ਉਹ ਅੱਜ ਵੀ ਓਨੀ ਸੋਹਣੀ ਸੀ ਜਿੰਨੀ ਪਹਿਲਾਂ ਸੀ। ਸ਼ਾਇਦ ਵਿਆਹ ਤੇ ਬੱਚਿਆਂ ਤੋਂ ਬਾਅਦ ਔਰਤ ਵਿੱਚ ਬਦਲਾਵ ਆ ਜਾਂਦਾ ਹੈ, ਜਾਂ ਫਿਰ ਔਰਤ ਅਮੀਰ ਹੋਵੇ ਤਾਂ ਫਿਕਰ ਵੀ ਨਹੀਂ ਰਹਿੰਦਾ। ਫਿਰ ਉਸਨੇ ਮੈਨੂੰ ਇੱਕ ਐਲਬਮ ਦਿੱਤੀ ਤੇ ਕਿਹਾ, ਇਸ ਨੂੰ ਖੋਲ੍ਹ ਕੇ ਦੇਖ, ਤੈਨੂੰ ਫੇਰ ਗੱਲ ਦੱਸਦੀ ਹਾਂ। ਜਦੋਂ ਮੈਂ ਐਲਬਮ ਖੋਲ੍ਹੀ ਤਾਂ ਪਹਿਲੀ ਫੋਟੋ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਸ ਫੋਟੋ ਵਿੱਚ ਉਸ ਨਾਲ ਇੱਕ ਬੰਦਾ ਸੀ ਜਿਸ ਦੀ ਸ਼ਕਲ ਕੁਝ ਖਾਸ ਸੋਹਣੀ ਨਹੀਂ ਸੀ। ਮੈਂ ਕਿਹਾ, ਰਾਧਿਕਾ, ਤੇਰਾ ਵਿਆਹ ਵੀ ਹੋ ਗਿਆ? ਤੇਰਾ ਘਰ ਵਾਲਾ ਕਿੱਥੇ ਹੈ? ਕੰਮ ਤੇ ਗਿਆ ਹੈ ਕਿ? ਉਹ ਮੁਸਕਰਾਉਣ ਲੱਗੀ ਤੇ ਫਿਰ ਮੈਂ ਅਗਲੀ ਫੋਟੋ ਦੇਖੀ ਤਾਂ ਮੇਰੇ ਹੋਸ਼ ਉੱਡ ਗਏ। ਉਸ ਵਿੱਚ ਵੀ ਉਸ ਦੇ ਨਾਲ ਇੱਕ ਆਦਮੀ ਸੀ। ਏਦਾਂ ਹੀ ਮੈਂ ਜਿੰਨੀਆਂ ਫੋਟੋਆਂ ਦੇਖੀਆਂ, ਸਭ ਵਿੱਚ ਉਸ ਨਾਲ ਅਲੱਗ-ਅਲੱਗ ਆਦਮੀ ਸੀ। ਜਦੋਂ ਚੌਥੀ ਫੋਟੋ ਦੇਖੀ, ਉਸ ਵਿੱਚ ਇੱਕ ਘੱਟ ਉਮਰ ਦਾ ਮੁੰਡਾ ਸੀ। ਫਿਰ 4 ਆਦਮੀਆਂ ਨਾਲ ਇੱਕ ਕੁੜੀ ਦੀ ਫੋਟੋ ਸੀ ਤੇ ਉਹ ਰਾਧਿਕਾ ਸੀ। ਮੈਂ ਕਿਹਾ, ਰਾਧਿਕਾ, ਇਹ ਸਭ ਕੀ ਹੈ? ਉਹ ਮੇਰੀ ਗੱਲ ਸੁਣ ਕੇ ਹੱਸ ਰਹੀ ਸੀ। ਉਸਨੂੰ ਕਿਹਾ ਕਿ ਤੂੰ ਮੇਰੀ ਗੱਲ ਸੁਣ ਕੇ ਹੱਸ ਕਿਉਂ ਰਹੀ ਹੈ? ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਹੱਸਾਂ ਜਾਂ ਤੈਨੂੰ ਸਵਾਲ ਕਰਾਂ।
ਦੱਸ ਕੀ ਕਰਾਂ। ਮੈਂ ਉਸਨੂੰ ਪੁੱਛਿਆ ਕਿ ਤੂੰ ਇੱਕ ਵਾਰੀ 4 ਆਦਮੀਆਂ ਨਾਲ ਵਿਆਹ ਕਰਵਾ ਲਿਆ। ਉਸਨੇ ਕਿਹਾ ਕਿ ਮੈਂ ਜ਼ਰੂਰਤ ਤੋਂ ਜ਼ਿਆਦਾ ਚਲਾਕ ਹਾਂ। ਦੁਨੀਆ ਵਿੱਚ 2 ਹੀ ਲੋਕ ਕਾਮਯਾਬ ਹੁੰਦੇ ਨੇ, ਜੋ ਜੰਮਦੇ ਹੀ ਅਮੀਰ ਹੋਣ ਜਾਂ ਫਿਰ ਚਲਾਕ, ਆਪਣਾ ਕੰਮ ਕਰਵਾਉਣ ਵਾਲੇ। ਮੈਂ ਉਸਨੂੰ ਕਿਹਾ ਕਿ ਮੈਨੂੰ ਗੱਲਾਂ ਵਿੱਚ ਨਾ ਘੁਮਾ, ਮੈਨੂੰ ਗੱਲ ਦੱਸ ਕਿ ਕਿਸ ਤਰ੍ਹਾਂ 4 ਆਦਮੀਆਂ ਨਾਲ ਇੱਕੋ ਵਾਰੀ ਵਿਆਹ ਕਰਵਾ ਲਿਆ। ਪਰ ਉਹ ਸਸਪੈਂਸ ਤੇ ਸਸਪੈਂਸ ਕਰੀ ਜਾ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਤੂੰ ਪਹਿਲੀ ਵਾਰੀ ਮੇਰੇ ਘਰ ਆਈ ਹੈ, ਮੈਂ ਤੇਰੇ ਲਈ ਕੁਝ ਖਾਣ ਨੂੰ ਲੈ ਕੇ ਆਉਂਦੀ ਹਾਂ ਤੇ ਫੇਰ ਦੱਸਦੀ ਹਾਂ। ਮੈਂ ਕਿਹਾ ਕਿ ਮੈਂ ਕੁਝ ਨਹੀਂ ਖਾਣਾ, ਤੂੰ ਮੈਨੂੰ ਸਭ ਸੱਚ ਦੱਸ, ਮੇਰੇ ਤੋਂ ਹੁਣ ਸਬਰ ਨਹੀਂ ਹੋ ਰਿਹਾ। ਉਹ ਹੱਸਣ ਲੱਗੀ ਤੇ ਰਸੋਈ ਵਿੱਚ ਗਈ ਤੇ ਚਾਹ ਨਾਲ ਪਤਾ ਨਹੀਂ ਕਿੰਨਾ ਕੁ ਸਮਾਨ ਲੈ ਕੇ ਆਈ। ਬਹੁਤ ਜ਼ਿਆਦਾ ਸਮਾਨ ਸੀ। ਮੈਂ ਕਿਹਾ ਇਹ ਕੀ ਹੈ, ਮੈਂ ਇੰਨਾ ਤਾਂ ਨਹੀਂ ਖਾ ਸਕਦੀ। ਉਸਨੇ ਕਿਹਾ ਤੂੰ ਰੱਜ ਕੇ ਖਾ, ਪਤਾ ਨਹੀਂ ਤੂੰ ਇਸ ਤੋਂ ਬਾਅਦ ਮੇਰੇ ਘਰ ਆਏਂਗੀ ਜਾਂ ਨਹੀਂ, ਤੂੰ ਖਾ, ਮੈਂ ਤੈਨੂੰ ਆਪਣੀ ਕਹਾਣੀ ਦੱਸਦੀ ਹਾਂ। ਮੈਂ ਕਿਹਾ ਠੀਕ ਹੈ। ਮੈਂ ਖਾਣ ਲੱਗੀ ਤੇ ਉਸਦੇ ਵੱਲ ਦੇਖ ਰਹੀ ਸੀ। ਫਿਰ ਉਸਨੇ ਮੈਨੂੰ ਕਿਹਾ ਕਿ 4 ਆਦਮੀ ਜੋ ਤੂੰ ਦੇਖੇ ਹਨ, ਮੈਂ ਇਹਨਾਂ ਨਾਲ ਵਿਆਹ ਕਰਵਾ ਲਿਆ ਹੈ। ਇਹਨਾਂ ਦੀਆਂ ਘਰਵਾਲੀਆਂ ਨੂੰ ਕੁਝ ਨਹੀਂ ਪਤਾ ਤੇ ਇਹਨਾਂ ਨੂੰ ਆਪਸ ਵਿੱਚ ਵੀ ਨਹੀਂ ਪਤਾ। ਇਹ ਸਭ ਮੈਨੂੰ ਆਪਣੀ ਪਤਨੀ ਮੰਨਦੇ ਨੇ। ਇਹਨਾਂ ਦੀਆਂ ਘਰਵਾਲੀਆਂ ਤੋਂ ਬੱਚੇ ਨਹੀਂ ਹੋ ਰਹੇ ਹਨ, ਇਸ ਲਈ ਇਹਨਾਂ ਨੇ ਵਿਆਹ ਕਰਵਾਇਆ ਹੈ। ਇਹਨਾਂ ਨੇ ਬੱਚੇ ਪੈਦਾ ਕਰਨ ਲਈ ਮੇਰੇ ਨਾਲ ਵਿਆਹ ਕਰਵਾ ਲਿਆ। ਤੈਨੂੰ ਪਤਾ ਹੈ ਕਿ ਮੈਂ ਕਿੰਨੀ ਸੋਹਣੀ ਹਾਂ, ਮੇਰੇ ਤੋਂ ਆਸਾਨੀ ਨਾਲ ਕੋਈ ਵੀ ਫਿਦਾ ਹੋ ਜਾਂਦਾ ਹੈ। ਇਹ ਆਪਣੀਆਂ ਘਰਵਾਲੀਆਂ ਤੋਂ ਡਰਦੇ ਹਨ ਤੇ ਮੈਨੂੰ ਇਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਬਹੁਤ ਮਿਹਨਤ ਕਰਨੀ ਪਈ ਹੈ। ਮੈਨੂੰ ਰੂਪ ਰੰਗ ਪਸੰਦ ਹੈ, ਉਸ ਦੇ ਲਈ ਮੈਂ ਤਿਆਰ ਹੋ ਜਾਂਦੀ ਹਾਂ। ਕਿਸੇ ਨੂੰ ਬੱਚਾ ਚਾਹੀਦਾ ਹੈ, ਮੈਂ ਵੀ ਕਹਿ ਦਿੰਦੀ ਹਾਂ ਕਿ ਬੱਚੇ ਨਾਲ ਹੀ ਘਰ ਅੱਗੇ ਚੱਲਦਾ ਹੈ, ਖਾਨਦਾਨ ਦਾ ਨਾਂ ਹੁੰਦਾ ਹੈ। ਇਹਨਾਂ ਵਿੱਚੋਂ ਇੱਕ ਤਾਂ ਇੰਨਾ ਸਮਝਦਾਰ ਹੈ ਕਿ ਉਹ ਕਹਿੰਦਾ ਹੈ ਕਿ ਮੈਨੂੰ ਬੱਚਾ ਚਾਹੀਦਾ ਹੈ, ਉਸ ਤੋਂ ਬਾਅਦ ਮੈਂ ਤੈਨੂੰ ਤਲਾਕ ਦੇ ਦੇਣਾ ਹੈ, ਬੱਚਾ ਮੇਰੀ ਘਰਵਾਲੀ ਪਾਲੂਗੀ। ਮੈਂ ਕਿਹਾ ਠੀਕ ਹੈ। ਚੌਥੇ ਨੰਬਰ ਵਾਲਾ ਜੋ ਘੱਟ ਉਮਰ ਦਾ ਹੈ, ਉਹ ਮੇਰਾ ਦੀਵਾਨਾ ਹੈ, ਮੇਰੇ ਅੱਗੇ ਪਿੱਛੇ ਘੁੰਮਦਾ ਹੈ। ਤੇ ਮਜ਼ੇ ਦੀ ਗੱਲ ਇਹ, ਚਾਰੋਂ ਇੱਕੋ ਛੱਤ ਥੱਲੇ ਹੀ ਰਹਿੰਦੇ ਨੇ ਤੇ ਚਾਰੋਂ ਭਾਈ ਨੇ। ਇਹ ਕੰਟਰੈਕਟ ਮੈਰਿਜ ਹੈ। ਜਿਸ ਨੂੰ ਬੱਚਾ ਚਾਹੀਦਾ ਉਸ ਨੂੰ ਬੱਚਾ ਮਿਲੂਗਾ, ਜਿਸ ਨੂੰ ਮੈਂ ਸੋਹਣੀ ਲੱਗਦੀ ਹਾਂ ਉਹ ਆਪਣੀ ਹਵਸ ਪੂਰੀ ਕਰਨਾ ਚਾਹੁੰਦਾ ਹੈ। ਤੇ ਚੌਥੇ ਵਾਲਾ ਤਾਂ ਦਿਲਹਾਰ ਹੀ ਬੈਠਾ ਹੈ ਤੇ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਹਮੇਸ਼ਾ ਹੀ ਰਹਿਣਾ ਹੈ, ਤੇਰਾ ਸਾਥ ਨਹੀਂ ਛੱਡਣਾ। ਇਹ ਕਹਿ ਕੇ ਉਹ ਹੱਸਣ ਲੱਗੀ। ਮੈਂ ਕਿਹਾ ਕਿ ਰਾਧਿਕਾ, ਇਹ ਸਹੀ ਨਹੀਂ ਹੈ, ਤੂੰ ਲੋਕਾਂ ਨੂੰ ਪਾਗਲ ਬਣਾ ਰਹੀ ਹੈ, ਇਹ ਗਲਤ ਹੈ। ਤੂੰ ਇੱਕੋ ਸਮੇਂ 4 ਮਰਦਾਂ ਨੂੰ ਪਾਗਲ ਨਹੀਂ ਬਣਾ ਸਕਦੀ, ਜਾਂ ਫਿਰ ਮੈਨੂੰ ਝੂਠ ਬੋਲ ਰਹੀ ਹੈ। ਇੱਕ ਔਰਤ 4 ਮਰਦਾਂ ਨੂੰ ਕਿਵੇਂ ਫਸਾ ਸਕਦੀ ਹੈ? ਉਸਨੇ ਕਿਹਾ ਮੈਨੂੰ ਪਤਾ ਸੀ ਕਿ ਤੈਨੂੰ ਯਕੀਨ ਨਹੀਂ ਆਉਣਾ। ਮੈਂ ਉਸਨੂੰ ਕਿਹਾ ਕਿ ਇਹਨਾਂ 4 ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਤੂੰ ਇੱਕ ਹੀ ਕੁੜੀ ਹੈ। ਉਸਨੇ ਕਿਹਾ ਕਿ ਹਾਲੇ ਤਾਂ ਨਹੀਂ ਪਤਾ। ਮੈਂ ਉਸਨੂੰ ਕਿਹਾ ਕਿ ਤੈਨੂੰ ਕੀ ਮਿਲੇਗਾ ਇਹ ਸਭ ਕਰਕੇ? ਉਹ ਬੋਲੀ ਕਿਸੇ ਨੂੰ ਪਾਗਲ ਨਹੀਂ ਬਣਾ ਰਹੀ ਹਾਂ, ਤੂੰ ਮੇਰੀ ਪੂਰੀ ਗੱਲ ਸੁਣੇਗੀ ਤਾਂ ਹੀ ਪਤਾ ਲੱਗੂਗਾ। ਮੈਂ ਸੋਚਿਆ ਕਿ ਆਖਰ ਪੂਰੀ ਗੱਲ ਕੀ ਹੋ ਸਕਦੀ ਹੈ, ਇਹ ਕੀ ਕਰ ਰਹੀ ਹੈ ਇਸ ਸਭ ਵਿੱਚ, ਇਸ ਦਾ ਕੀ ਮਤਲਬ ਹੈ? ਇਹ ਔਰਤ ਜੋ ਵੀ ਕਰ ਰਹੀ ਸੀ ਗਲਤ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਮੈਨੂੰ ਕੁਝ ਦੱਸਦੀ, ਉਸ ਨੂੰ ਕਿਸੇ ਦਾ ਫੋਨ ਆ ਗਿਆ ਤੇ ਉਹ ਗੱਲਾਂ ਵਿੱਚ ਰੁੱਝ ਗਈ ਸੀ। ਪੂਰਾ 1 ਘੰਟਾ ਗੱਲਾਂ ਕਰੀ ਗਈ। ਮੈਂ ਬੋਰ ਹੋ ਗਈ ਸੀ, ਘਰ ਵੀ ਜਾਣਾ ਸੀ, ਲੇਟ ਹੋ ਗਈ ਸੀ। ਜਦੋਂ ਉਸਨੇ ਫੋਨ ਰੱਖਿਆ ਤਾਂ ਮੈਂ ਉਸਨੂੰ ਕਿਹਾ ਰਾਧਿਕਾ, ਮੈਨੂੰ ਹੁਣ ਜਾਣਾ ਪੈਣਾ ਹੈ, ਮੈਂ ਬਹੁਤ ਲੇਟ ਹੋ ਗਈ ਹਾਂ। ਉਸਨੇ ਕਿਹਾ ਪੂਰੀ ਗੱਲ ਤਾਂ ਸੁਣ ਕੇ ਜਾ। ਮੈਂ ਕਿਹਾ ਮੈਂ ਲੇਟ ਹੋ ਗਈ ਹਾਂ, ਬੱਚੇ ਵੀ ਉਹਨਾਂ ਕੋਲ ਛੱਡ ਕੇ ਆਈ ਹਾਂ, ਬੱਚੇ ਉਹਨਾਂ ਨੂੰ ਤੰਗ ਕਰਦੇ ਹੋਣਗੇ, ਮੈਂ ਕਦੀ ਫੇਰ ਆ ਜਾਵਾਂਗੀ। ਉਸਨੇ ਕਿਹਾ ਠੀਕ ਹੈ, ਜਦ ਤੂੰ ਆਏਂਗੀ ਤਾਂ ਤੇਰੀ ਸਾਰੀ ਮੁਸ਼ਕਲ ਦੂਰ ਹੋ ਜਾਊਗੀ। ਮੈਂ ਉਸਨੂੰ ਕਿਹਾ ਕੀ ਮਤਲਬ ਹੈ ਤੇਰਾ? ਮੈਂ ਕਿਹਾ ਜੇ ਤੂੰ ਮੈਨੂੰ ਦੁਆ ਦੇ ਰਹੀ ਹੈ ਤਾਂ ਸੱਚੇ ਦਿਲ ਤੋਂ ਦੇਵੀਂ ਤੇ ਮੈਨੂੰ ਮਾਫ਼ ਕਰ ਦਿਓ, ਮੈਂ ਤੈਨੂੰ ਬਹੁਤ ਤੰਗ ਕੀਤਾ ਸੀ। ਉਸਨੇ ਕਿਹਾ ਕਿ ਮੈਨੂੰ ਤੇਰੇ ਤੋਂ ਕੋਈ ਗੁੱਸਾ ਨਹੀਂ ਹੈ, ਜ਼ਿੰਦਗੀ ਹੁਣ ਵਧੀਆ ਹੋ ਜਾਵੇਗੀ, ਤੈਨੂੰ ਕੋਈ ਦੁੱਖ ਤਕਲੀਫ ਨਹੀਂ ਰਹੇਗੀ। ਫਿਰ ਉਸਨੇ ਮੈਨੂੰ ਆਪਣੇ ਗਲੇ ਲਗਾ ਕੇ ਬਾਏ ਕੀਤਾ। ਘਰ ਆ ਕੇ ਮੈਂ ਆਪਣੇ ਘਰ ਵਾਲੇ ਨੂੰ ਸਭ ਦੱਸ ਦਿੱਤਾ ਤੇ ਉਹ ਮੇਰੇ ਸਭ ਤੋਂ ਵੱਡੀ ਗਲਤੀ ਸੀ। ਉਹ ਮੈਨੂੰ ਬਹੁਤ ਗੁੱਸੇ ਹੋਏ ਤੇ ਕਿਹਾ ਤੇਰੀ ਦੋਸਤ ਇੱਦਾਂ ਦੀ ਹੈ, ਅੱਗੇ ਤੋਂ ਉਸ ਕੋਲ ਜਾਣ ਦੀ ਕੋਈ ਲੋੜ ਨਹੀਂ, ਜੇਕਰ ਕੱਲ ਨੂੰ ਕੁਝ ਗਲਤ ਹੋ ਗਿਆ ਤਾਂ ਉਹ ਤੈਨੂੰ ਫਸਾ ਦੇਵੇਗੀ। ਦੁਨੀਆ ਵਿੱਚ ਕੁਝ ਅਜਿਹੀਆਂ ਔਰਤਾਂ ਵੀ ਹਨ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ 4 ਮੁੰਡਿਆਂ ਦੀ ਮਾਂ ਨੂੰ ਤੈਨੂੰ ਦੱਸਣਾ ਚਾਹੀਦਾ ਹੈ ਕਿ ਇਹ ਕੁੜੀ ਤੁਹਾਡੇ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾ ਰਹੀ ਹੈ। ਮੇਰੀ ਮਾਂ ਨੇ ਕਿਹਾ ਸੀ ਕਿ ਕਦੀ ਆਪਣੇ ਘਰ ਵਾਲੇ ਨੂੰ ਆਪਣੇ ਜਾਣਨ ਵਾਲਿਆਂ ਬਾਰੇ ਨਾ ਦੱਸੋ, ਹੋ ਸਕਦਾ ਤੁਸੀਂ ਉਹਨਾਂ ਨੂੰ ਮਾਫ਼ ਕਰ ਦੇਵੋ, ਪਰ ਤੁਹਾਡਾ ਘਰ ਵਾਲਾ ਤੁਹਾਨੂੰ ਸਾਰੀ ਜ਼ਿੰਦਗੀ ਮਿਹਣੇ ਮਾਰਦਾ ਹੈ। ਮੈਨੂੰ ਆਪਣੀ ਮਾਂ ਦੀ ਗੱਲ ਯਾਦ ਆ ਰਹੀ ਸੀ। ਫਿਰ ਮੈਂ ਗੱਲ ਨੂੰ ਸੰਭਾਲਦੇ ਹੋਏ ਕਿਹਾ ਕਿ ਆਪਾਂ ਨੂੰ ਕੀ ਲੋੜ ਹੈ ਉੱਥੇ ਜਾ ਕੇ ਦੱਸਣ ਦੀ, ਮੈਂ ਅੱਗੇ ਤੋਂ ਉਸਦੇ ਘਰ ਨਹੀਂ ਜਾਵਾਂਗੀ। ਮੇਰੇ ਘਰ ਵਾਲੇ ਨੇ ਕਿਹਾ ਠੀਕ ਹੈ, ਆਪਣੇ ਬੱਚੇ ਸੰਭਾਲੋ ਤੇ ਆਪਣਾ ਘਰ ਸੰਭਾਲ। ਮੈਂ ਆਪਣੇ ਘਰ ਵਾਲੇ ਨੂੰ ਤਾਂ ਨਹੀਂ ਕਿਹਾ ਸੀ, ਪਰ ਮੈਂ ਸੋਚ ਰਹੀ ਸੀ ਕਿ ਮੈਨੂੰ ਰਾਧਿਕਾ ਦੇ ਘਰ ਦੁਬਾਰਾ ਜਾਣਾ ਪੈਣਾ ਹੈ।
ਮੈਂ ਹਾਲੇ ਉਸ ਦੇ ਬਾਰੇ ਜਾਣਨਾ ਚਾਹੁੰਦੀ ਸੀ। ਸਾਡੀ ਗੱਲ ਅਧੂਰੀ ਸੀ। ਉਸ ਨੇ ਇਹ ਕਿਉਂ ਕਿਹਾ ਕਿ ਜਦੋਂ ਤੂੰ ਇੱਥੇ ਆਏਂਗੀ ਤਾਂ ਤੇਰੀ ਸਾਰੀ ਮੁਸ਼ਕਲ ਹੱਲ ਹੋ ਜਾਏਗੀ। ਪਤਾ ਨਹੀਂ ਐਸੀ ਕੀ ਗੱਲ ਸੀ ਜਿਸ ਨਾਲ ਮੇਰੀ ਹਰ ਮੁਸ਼ਕਲ ਹੱਲ ਹੋ ਜਾਵੇਗੀ। ਮੈਨੂੰ ਹੁਣ ਉਸ ਦੇ ਘਰ ਜਾਣ ਦਾ ਸਮਾਂ ਨਹੀਂ ਮਿਲ ਰਿਹਾ ਸੀ। ਪਹਿਲਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਘਰ ਵਾਲੇ ਕੋਲ ਛੱਡ ਗਈ ਸੀ, ਪਰ ਹੁਣ ਮੈਨੂੰ ਉਹਨਾਂ ਨੂੰ ਨਾਲ ਲੈ ਕੇ ਜਾਣਾ ਪੈਣਾ ਸੀ। ਹਿੰਮਤ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਉਸ ਦੇ ਘਰ ਜਾਣ ਲਈ ਤਿਆਰ ਹੋ ਗਈ। ਮੈਨੂੰ ਤਾਂ ਬੱਚਿਆਂ ਨੇ ਰਾਸਤੇ ਵਿੱਚ ਬਹੁਤ ਤੰਗ ਕੀਤਾ। ਬੱਚੇ ਦੁਕਾਨਾਂ ਨੂੰ ਦੇਖ ਕੇ ਤੰਗ ਕਰ ਰਹੇ ਸਨ। ਇੱਕ ਨੂੰ ਫੜਦੀ ਦੂਜਾ ਭੱਜ ਲੈਂਦਾ ਸੀ। ਉਹ ਵੀ ਕੀ ਕਰਦੇ, ਉਹਨਾਂ ਨੂੰ ਭੁੱਖ ਲੱਗ ਰਹੀ ਸੀ। ਘਰ ਵਿੱਚ ਰੋਟੀ ਤੋਂ ਬਿਨਾਂ ਉਹਨਾਂ ਨੂੰ ਕੁਝ ਹੋਰ ਨਹੀਂ ਦੇ ਸਕਦੀ ਸੀ। ਬਾਹਰ ਦੀਆਂ ਚੀਜ਼ਾਂ ਨੂੰ ਦੇਖ ਕੇ ਬੱਚੇ ਜ਼ਿੱਦ ਕਰਦੇ ਸੀ। ਉਹਨਾਂ ਦਾ ਦਿਲ ਕਰਦਾ ਸੀ ਕਿ ਉਹ ਬਿਸਕਿਟ ਖਾਣ, ਜੂਸ ਪੀਣ, ਪਰ ਮੈਂ ਤਾਂ 2 ਵਕਤ ਦੀ ਰੋਟੀ ਹੀ ਮਸਾਂ ਦੇ ਪਾਉਂਦੀ ਸੀ। ਜਦੋਂ ਮੈਂ ਉਸ ਦੇ ਘਰ ਦੇ ਕੋਲ ਪਹੁੰਚੀ ਤਾਂ ਉਸ ਦੇ ਮੁਹੱਲੇ ਦੀ ਔਰਤ ਨੇ ਕਿਹਾ ਕਿ ਰਾਧਿਕਾ ਤਾਂ ਇੱਥੋਂ ਚਲੀ ਗਈ ਹੈ। ਉਹ ਤਾਂ ਕਿਤੇ ਹੋਰ ਗਈ ਹੈ। ਥੋੜ੍ਹਾ ਬਹੁਤਾ ਸਮਾਨ ਵੀ ਆਪਣਾ ਲੈ ਗਈ ਹੈ। ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ ਸੀ। ਮੈਂ ਇੰਨੀ ਔਖੀ ਉਸ ਦੇ ਘਰ ਗਈ ਸੀ ਤੇ ਮੈਂ ਉੱਥੇ ਜਾਣ ਲੱਗੀ ਤਾਂ ਉਹ ਔਰਤ ਬੋਲੀ, ਤੁਹਾਡਾ ਨਾਂ ਰੇਸ਼ਮਾ ਹੈ? ਮੈਂ ਕਿਹਾ ਹਾਂ, ਮੇਰਾ ਹੀ ਨਾਂ ਰੇਸ਼ਮਾ ਹੈ। ਉਸ ਨੇ ਕਿਹਾ ਕਿ ਰਾਧਿਕਾ ਤੇਰੇ ਲਈ ਇੱਕ ਚਿੱਠੀ ਦੇ ਕੇ ਗਈ ਹੈ। ਉਸ ਨੇ ਕਿਹਾ ਸੀ ਕਿ ਮੈਨੂੰ ਰੇਸ਼ਮਾ ਮਿਲਣ ਆਈ ਤਾਂ ਉਸ ਨੂੰ ਦੇ ਦੇਣਾ। ਮੈਂ ਉਸ ਤੋਂ ਚਿੱਠੀ ਲਈ ਤੇ ਆਪਣੇ ਘਰ ਆ ਗਈ ਸੀ। ਮੈਂ ਉਸ ਨੂੰ ਖੋਲ੍ਹਿਆ ਤੇ ਦੇਖਿਆ ਉਸ ਵਿੱਚ ਕੀ ਲਿਖਿਆ ਹੈ। ਜਦੋਂ ਮੈਂ ਦੇਖਿਆ ਉਸ ਵਿੱਚ ਉਸ ਦਾ ਫ਼ੋਨ ਨੰਬਰ ਸੀ, ਹੋਰ ਕੁਝ ਵੀ ਨਹੀਂ ਸੀ ਲਿਖਿਆ। ਮੈਂ ਫ਼ੋਨ ਕੀਤਾ ਤਾਂ ਰਾਧਿਕਾ ਨੇ ਫ਼ੋਨ ਚੁੱਕ ਲਿਆ। ਉਸ ਨੇ ਕਿਹਾ ਕਿ ਮੈਂ 1 ਹਫ਼ਤੇ ਤੋਂ ਤੇਰੇ ਫ਼ੋਨ ਦਾ ਇੰਤਜ਼ਾਰ ਕਰ ਰਹੀ ਹਾਂ। 1 ਹਫ਼ਤਾ ਪਹਿਲਾਂ ਇਹ ਚਿੱਠੀ ਦੇ ਕੇ ਆਈ ਸੀ। ਮੈਂ ਕਿਹਾ ਕਿ ਮੈਨੂੰ ਟਾਈਮ ਨਹੀਂ ਮਿਲਿਆ। ਰਾਧਿਕਾ ਨੇ ਕਿਹਾ, ਮੈਨੂੰ ਪਤਾ ਸੀ ਤੂੰ ਮੈਨੂੰ ਮਿਲਣ ਜ਼ਰੂਰ ਆਏਂਗੀ। ਫਿਰ ਮੈਂ ਪੁੱਛਿਆ, ਤੂੰ ਕਿੱਥੇ ਚਲੀ ਗਈ ਹੈ? ਉਸ ਨੇ ਕਿਹਾ, ਜਿੱਥੇ ਮੈਂ ਜਾਣਾ ਚਾਹੁੰਦੀ ਸੀ ਉੱਥੇ ਹੀ ਚਲੀ ਗਈ ਹਾਂ। ਉਸ ਨੇ ਕਿਹਾ ਕਿ ਮੈਂ ਹੁਣ ਵਾਪਸ ਨਹੀਂ ਆਉਣਾ। ਉਸ ਨੇ ਕਿਹਾ ਕਿ ਤੂੰ ਮੇਰੇ ਘਰ ਦਾ ਮੇਨ ਗੇਟ ਖੋਲ੍ਹ ਤੇ ਉੱਥੇ ਇੱਕ ਛੋਟੀ ਜਿਹੀ ਵਿੰਡੋ ਹੈ, ਉਸ ਨੂੰ ਖੋਲ੍ਹ, ਉਸ ਵਿੱਚ ਮੇਰੇ ਘਰ ਦੀ ਚਾਬੀ ਹੈ। ਉਹ ਘਰ ਤੇ ਉਸ ਘਰ ਵਿੱਚ ਪਈ ਹਰ ਚੀਜ਼ ਤੇਰੀ ਹੈ। ਮੈਂ ਕਿਹਾ, ਤੂੰ ਪਾਗਲ ਹੋ ਗਈ ਹੈ, ਕੀ ਬੋਲ ਰਹੀ ਹੈ? ਰਾਧਿਕਾ ਨੇ ਕਿਹਾ ਕਿ ਮੇਰਾ ਤੇਰੇ ਬਿਨਾਂ ਕੋਈ ਨਹੀਂ। ਮੈਂ ਤੇਰੇ ਨਾਲ ਹੀ ਦੋਸਤੀ ਕੀਤੀ ਹੈ ਤੇ ਆਪਾਂ ਇਕੱਠੇ ਹੀ ਜਵਾਨ ਹੋਏ ਹਾਂ। ਮੈਂ ਤੈਨੂੰ ਆਪਣੀ ਭੈਣ ਤੇ ਤੇਰੀ ਮਾਂ ਨੂੰ ਆਪਣੀ ਮਾਂ ਮੰਨਦੀ ਹਾਂ। ਤੂੰ ਹੀ ਮੇਰਾ ਪਰਿਵਾਰ ਹੈ। ਮੈਂ ਤੇਰੇ ਲਈ ਸਭ ਕੀਤਾ ਹੈ। ਮੈਂ ਕਿਹਾ, ਤੂੰ ਮਜ਼ਾਕ ਕਿਉਂ ਕਰ ਰਹੀ ਹੈ? ਉਸਨੇ ਕਿਹਾ, ਮੈਂ ਸਹੀ ਕਹਿ ਰਹੀ ਹਾਂ। ਇਹ ਕਹਿ ਕੇ ਉਸਨੇ ਫ਼ੋਨ ਕੱਟ ਦਿੱਤਾ। ਮੈਂ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸੀ। ਉਹ ਮੈਨੂੰ ਗੁੱਸੇ ਹੋਏ ਕਿ ਤੂੰ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉੱਥੇ ਚਲੀ ਗਈ। ਉਹਨਾਂ ਕਿਹਾ, ਤੇਰੀ ਦੋਸਤ ਤੈਨੂੰ ਪਾਗਲ ਬਣਾ ਰਹੀ ਹੈ। ਉਸ ਨੇ ਜਿਨ੍ਹਾਂ ਨਾਲ ਧੋਖਾ ਕੀਤਾ ਹੈ ਉਹ ਚਾਹੁੰਦੇ ਹਨ ਕਿ ਤੈਨੂੰ ਫੜ ਲੈਣ ਤੇ ਤੈਨੂੰ ਜੇਲ੍ਹ ਭਜਵਾ ਦੇਵੇ ਅਤੇ ਮੈਨੂੰ ਵੀ ਜੇਲ੍ਹ ਕਰਵਾ ਦਊਗੀ। ਉਸ ਦੀ ਗੱਲ 'ਤੇ ਯਕੀਨ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਲੋਕਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅੱਗੇ ਤੋਂ ਤੂੰ ਉਸ ਦੇ ਘਰ ਨਾ ਜਾਈਂ। ਮੈਨੂੰ ਮੇਰੇ ਘਰ ਵਾਲੇ ਨੇ ਸਖਤ ਮਨਾ ਕਰ ਦਿੱਤਾ ਸੀ, ਪਰ ਮੈਂ ਉਸ ਦੇ ਘਰ ਜਾਣਾ ਚਾਹੁੰਦੀ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਕੁਝ ਚੰਗਾ ਹੋਣ ਵਾਲਾ ਹੈ। ਮੈਂ ਆਪਣੇ ਘਰ ਵਾਲੇ ਤੋਂ ਚੋਰੀ ਆਪਣੇ ਬੱਚਿਆਂ ਨੂੰ ਲੈ ਕੇ ਰਾਧਿਕਾ ਦੇ ਘਰ ਗਈ। ਉਸੇ ਮੇਨ ਗੇਟ ਕੋਲ ਜੋ ਖਿੜਕੀ ਸੀ, ਉਸ ਨੇ ਮੈਨੂੰ ਕਹੀ ਸੀ, ਮੈਂ ਖੋਲ੍ਹੀ। ਉਸ ਦੇ ਕਹੇ ਅਨੁਸਾਰ ਉੱਥੇ ਇੱਕ ਚਾਬੀ ਸੀ ਅਤੇ ਮੈਂ ਉਸ ਚਾਬੀ ਨਾਲ ਮੇਨ ਗੇਟ ਖੋਲ੍ਹਿਆ। ਸਮਾਨ ਉੱਦਾਂ ਹੀ ਸੀ, ਬਸ ਰਾਧਿਕਾ ਦੇ ਕੱਪੜੇ ਨਹੀਂ ਸੀ, ਬਾਕੀ ਸਭ ਸੀ। ਫਰਿੱਜ, ਟੀਵੀ, ਏਸੀ, ਹਰ ਉਹ ਚੀਜ਼ ਆਪਣੀ ਥਾਂ 'ਤੇ ਸੀ। ਰਾਧਿਕਾ ਨੇ ਫ਼ੋਨ ਕਰਕੇ ਕਿਹਾ ਕਿ ਇਹ ਸਭ ਤੇਰਾ ਹੈ ਅਤੇ ਆਸ-ਪੜੋਸ ਨੂੰ ਪਤਾ ਸੀ ਕਿ ਉਹ ਇੱਥੋਂ ਚਲੀ ਗਈ ਸੀ। ਫਿਰ ਮੇਰੇ ਮਨ ਵਿੱਚ ਇੱਕ ਸਕੀਮ ਆਈ ਕਿ ਕਿਉਂ ਨਾ ਮੈਂ ਇਹਨਾਂ ਨੂੰ ਇੱਥੇ ਬੁਲਾ ਲਵਾਂ। ਫਿਰ ਮੈਂ ਆਪਣੇ ਘਰ ਵਾਲੇ ਨੂੰ ਫ਼ੋਨ ਕਰਕੇ ਬੁਲਾ ਲਿਆ। ਫਿਰ ਮੈਂ ਰਾਧਿਕਾ ਨੂੰ ਫ਼ੋਨ ਕੀਤਾ ਤੇ ਪੁੱਛਿਆ ਕਿ ਤੂੰ ਇਹ ਸਭ ਮੇਰੇ ਲਈ ਕਿਉਂ ਕੀਤਾ? ਉਸ ਨੇ ਮੈਨੂੰ ਜੋ ਕਿਹਾ ਮੈਂ ਸੁਣ ਕੇ ਹੈਰਾਨ ਹੋ ਗਈ ਸੀ। ਉਸ ਨੇ ਕਿਹਾ, ਇਹ ਸਭ ਤੇਰਾ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਕਿ ਪਤਾ ਨਹੀਂ ਇਹ ਸਭ ਕਿੱਦਾਂ ਹੋ ਗਿਆ ਸੀ। ਮੇਰੇ ਘਰ ਵਾਲੇ ਨੇ ਪਤਾ ਕੀਤਾ ਕਿ ਜਿਸ ਦਾ ਇਹ ਘਰ ਸੀ, ਜੋ ਇੱਥੇ ਰਹਿੰਦੀ ਸੀ, ਉਹ ਇਹ ਘਰ ਵੇਚ ਗਈ। ਹੁਣ ਇਹ ਘਰ ਮੇਰਾ ਸੀ। ਮੈਂ ਬਹੁਤ ਖੁਸ਼ ਸੀ ਤੇ ਜਦੋਂ ਮੈਂ ਰਾਧਿਕਾ ਦੇ ਬੈੱਡਰੂਮ ਵਿੱਚ ਗਈ ਤੇ ਬੈੱਡ ਦੇ ਉੱਤੇ ਇਹ ਪੇਪਰ ਸੀ, ਉਹ ਮੇਰੇ ਨਾਂ ਸੀ। ਮੇਰੇ ਘਰ ਵਾਲੇ ਦੀ ਤਾਂ ਜ਼ੁਬਾਨ ਹੀ ਬੰਦ ਹੋ ਗਈ ਸੀ। ਮੇਰੇ ਘਰ ਵਾਲੇ ਨੂੰ ਆਪਣੀ ਗੱਲ ਯਾਦ ਆ ਰਹੀ ਸੀ। ਉਸ ਨੇ ਕਿਹਾ ਸੀ ਕਿ ਤੇਰੀ ਸਹੇਲੀ ਬਦਕਿਰਦਾਰ ਹੈ, ਤੈਨੂੰ ਫਸਾ ਦੇਵੇਗੀ। ਪਤਾ ਨਹੀਂ ਕੀ ਕੁਝ ਰਾਧਿਕਾ ਬਾਰੇ ਕਿਹਾ ਸੀ, ਪਰ ਹੁਣ ਉਹ ਸ਼ਰਮਿੰਦਾ ਸੀ ਤੇ ਨਜ਼ਰਾਂ ਨੀਚੇ ਕਰੀ ਖੜਿਆ ਸੀ। ਮੇਰੀ ਅੱਖਾਂ ਵਿੱਚ ਹੰਝੂ ਆ ਰਹੇ ਸੀ। ਮੇਰੇ ਆਪਣੇ ਘਰ ਵਿੱਚ ਸਿਰਫ ਬੈੱਡ ਸੀ ਤੇ ਇੱਥੇ ਸਭ ਕੁਝ ਸੀ। ਫਿਰ ਮੈਨੂੰ ਉਸ ਦਾ ਫ਼ੋਨ ਆਇਆ ਤੇ ਉਹ ਮੈਨੂੰ ਦੱਸਣ ਲੱਗੀ ਕਿ ਮੈਂ ਤੇਰੇ ਨਾਲ ਆਖਰੀ ਵਾਰੀ ਗੱਲ ਕਰ ਰਹੀ ਹਾਂ। ਅੱਜ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗੀ। ਮੈਂ ਆਪਣਾ ਨੰਬਰ ਬੰਦ ਕਰ ਰਹੀ ਹਾਂ। ਫਿਰ ਮੈਨੂੰ ਉਸ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਉਸ ਨੇ ਉਹਨਾਂ 4 ਭਰਾਵਾਂ ਨਾਲ ਵਿਆਹ ਨਹੀਂ ਕਰਵਾਇਆ ਸੀ।
ਮੈਂ ਉਹਨਾਂ ਨੂੰ ਬੇਵਕੂਫ ਬਣਾਇਆ ਸੀ। ਉਹ ਫੋਟੋ ਖਿਚਵਾਉਣ ਵਿੱਚ ਮੈਨੂੰ ਬਹੁਤ ਮਿਹਨਤ ਕਰਨੀ ਪਈ ਸੀ। ਉਸਨੇ ਕਿਹਾ ਕਿ ਤੇਰੀ ਮਾਂ ਦੀ ਮੌਤ ਪਿੱਛੋਂ ਮੈਂ ਇਕੱਲੀ ਰਹਿ ਗਈ ਸੀ। ਮੈਂ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰਦੀ? ਤੂੰ ਆਪਣੇ ਘਰ ਚਲੀ ਗਈ ਸੀ ਅਤੇ ਜੇਕਰ ਮੈਂ ਕਿਸੇ ਦੇ ਘਰ ਕੰਮ ਕਰਨ ਜਾਂਦੀ ਤਾਂ ਲੋਕ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸੀ। ਮੈਂ ਕਦੀ ਆਪਣੇ ਸੋਹਣੇ ਹੋਣ ਦਾ ਫਾਇਦਾ ਨਹੀਂ ਉਠਾਇਆ ਸੀ ਤੇ ਨਾ ਹੀ ਮੇਰੇ ਨਾਲ ਕੋਈ ਵਿਆਹ ਕਰਾਉਣ ਨੂੰ ਤਿਆਰ ਸੀ, ਕਿਉਂਕਿ ਮੇਰਾ ਆਪਣਾ ਵਜੂਦ ਨਹੀਂ ਸੀ। ਪਤਾ ਕਿ ਮੈਂ ਆਪਣੀ ਜਵਾਨੀ ਵਿੱਚ ਕਦੀ ਕੋਈ ਗਲਤ ਕੰਮ ਨਹੀਂ ਕੀਤਾ। ਹਰ ਮਰਦ ਮੈਨੂੰ ਗਲਤ ਨਜ਼ਰਾਂ ਨਾਲ ਘੂਰਦਾ ਸੀ। ਮੈਂ ਪੈਸਾ ਕਮਾਉਣਾ ਚਾਹੁੰਦੀ ਸੀ, ਪਰ ਮੇਰੇ ਵਿੱਚ ਕੋਈ ਹੁਨਰ ਨਹੀਂ ਸੀ। ਪੜ੍ਹੀ ਲਿਖੀ ਨਹੀਂ ਸੀ ਕਿ ਨੌਕਰੀ ਕਰ ਲੈਂਦੀ। ਮੈਂ ਤਾਂ ਇੱਕ ਨੌਕਰਾਣੀ ਸੀ ਤੇ ਮੈਨੂੰ ਘਰ ਦੇ ਹੀ ਕੰਮ ਆਉਂਦੇ ਸੀ। ਮੈਂ ਆਪਣੀ ਤਕਦੀਰ ਤੋਂ ਥੱਕ ਚੁੱਕੀ ਸੀ ਤੇ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਤੋਂ ਬਚਦੀ ਵੀ ਮੈਂ ਥੱਕ ਗਈ ਸੀ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਖੂਬਸੂਰਤੀ ਤੋਂ ਹੀ ਪੈਸੇ ਕਮਾਵਾਂਗੀ, ਪਰ ਇਮਾਨਦਾਰੀ ਨਾਲ ਪੈਸੇ ਕਮਾਉਣਾ ਚਾਹੁੰਦੀ ਸੀ। ਇੱਕ ਦਿਨ ਪਰਿਵਾਰ ਵਿੱਚ ਕੰਮ ਕਰਨ ਗਈ, ਜਿਸ ਬਾਰੇ ਮੈਂ ਤੈਨੂੰ ਦੱਸਿਆ ਸੀ। ਉਸ ਘਰ ਦੇ 4 ਮੁੰਡੇ ਮੈਨੂੰ ਪਸੰਦ ਕਰਦੇ ਸੀ। ਉਹ ਬਹੁਤ ਦੌਲਤਮੰਦ ਸੀ। ਮੈਨੂੰ ਆਪਣੀ ਲਾਡਲੀ ਚਾਹੁੰਦਾ ਸੀ ਤੇ ਕੋਈ ਮੈਨੂੰ ਮੇਰੀ ਖੂਬਸੂਰਤੀ ਕਰਕੇ ਪਸੰਦ ਕਰਦਾ ਸੀ ਅਤੇ ਕੋਈ ਮੇਰੇ ਨਾਲ ਟਾਈਮ ਪਾਸ ਕਰਨਾ ਚਾਹੁੰਦਾ ਸੀ। ਪਰ ਦਿਲੋਂ ਮੈਨੂੰ ਕੋਈ ਨਹੀਂ ਸੀ ਅਪਣਾਉਣਾ ਚਾਹੁੰਦਾ। ਮੈਂ ਵੀ ਉਹਨਾਂ ਦੇ ਨਾਲ ਝੂਠੇ ਪਿਆਰ ਦੇ ਵਾਅਦੇ ਕੀਤੇ ਤੇ ਉਹਨਾਂ ਦੇ ਨਾਲ ਫੋਟੋ ਖਿਚਵਾਈ। ਉਹਨਾਂ ਨੂੰ ਝੂਠੇ ਲਾਰੇ ਲਾਏ। ਇਹਨਾਂ ਚਾਰਾਂ ਨੂੰ ਆਪਣੀ ਮੁਹੱਬਤ ਦੇ ਜਾਲ ਵਿੱਚ ਫਸਾ ਲਿਆ ਅਤੇ ਇਹਨਾਂ ਦੀ ਰਿਕਾਰਡਿੰਗ ਵੀ ਆਪਣੇ ਫ਼ੋਨ ਵਿੱਚ ਸੇਵ ਰੱਖੀ। ਫਿਰ ਮੈਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ, ਕਿਉਂਕਿ ਇਹ ਸਾਰੇ ਆਪਣੇ ਘਰਵਾਲੀਆਂ ਤੋਂ ਬਹੁਤ ਡਰਦੇ ਸੀ ਤੇ ਨਹੀਂ ਚਾਹੁੰਦੇ ਸੀ ਕਿ ਇਹਨਾਂ ਦਾ ਸੱਚ ਦੱਸਾਂ, ਤੇ ਇਹਨਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ। ਘਰ ਵਾਲਿਆਂ ਤੋਂ ਡਰਦੇ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਅਤੇ ਮੈਂ ਆਪਣੀ ਸਕੂਨ ਭਰੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ। ਇਹਨਾਂ ਤੋਂ ਪੈਸੇ ਲਏ ਤੇ ਆਪਣੀ ਜ਼ਿੰਦਗੀ ਨਾਲ ਆਰਾਮ ਵਿੱਚ ਕੱਟ ਰਹੀ ਸੀ। ਪਰ ਹੁਣ ਘਰ ਵਿੱਚ ਸਭ ਕੁਝ ਤੇਰਾ ਹੈ। ਮੈਂ ਨਹੀਂ ਚਾਹੁੰਦੀ ਕਿ ਤੂੰ ਆਪਣੀ ਜ਼ਿੰਦਗੀ ਔਖੀ ਕੱਟੇ, ਇਸ ਲਈ ਤੂੰ ਇਸ ਘਰ ਵਿੱਚ ਰਹਿ ਕੇ ਖੁਸ਼ ਰਹਿ। ਮੈਂ ਹੁਣ ਦੂਸਰੇ ਮੁਲਕ ਜਾ ਚੁੱਕੀ ਹਾਂ ਤੇ ਉੱਥੋਂ ਕਦੇ ਵਾਪਸ ਨਹੀਂ ਆਵਾਂਗੀ। ਮੇਰੇ ਕੋਲ ਇੰਨੇ ਪੈਸੇ ਹਨ ਕਿ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਧੀਆ ਕਰ ਸਕਾਂ। ਇੱਥੇ ਕੋਈ ਚੰਗਾ ਮੁੰਡਾ ਲੱਭ ਕੇ ਮੈਂ ਵਿਆਹ ਕਰਵਾ ਲੈਣਾ ਹੈ, ਕਿਉਂਕਿ ਪੈਸੇ ਨੂੰ ਦੇਖ ਕੇ ਬਹੁਤ ਰਿਸ਼ਤੇ ਆਉਂਦੇ ਹਨ। ਅੱਜ ਤੋਂ ਬਾਅਦ ਮੈਂ ਤੈਨੂੰ ਫ਼ੋਨ ਨਹੀਂ ਕਰਾਂਗੀ। ਮੈਨੂੰ ਮਾਫ਼ ਕਰੀਂ। ਮੈਂ ਆਪਣਾ ਅਤੀਤ ਭੁੱਲਣਾ ਚਾਹੁੰਦੀ ਹਾਂ ਤੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੀ ਹਾਂ। ਇਹ ਸੁਣ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ। ਭਾਵੇਂ ਉਹਨੇ ਜੋ ਕੀਤਾ ਸੀ ਗਲਤ ਸੀ, ਪਰ ਉਸਨੇ ਆਪਣੀ ਅਕਲ ਦਾ ਇਸਤੇਮਾਲ ਕੀਤਾ ਸੀ, ਕਿਉਂਕਿ ਇਸ ਦੁਨੀਆ ਵਿੱਚ ਜੀਣ ਲਈ ਪੈਸਾ ਬਹੁਤ ਜ਼ਰੂਰੀ ਹੈ। ਉਸ ਦਾ ਕੋਈ ਸਹਾਰਾ ਨਹੀਂ ਸੀ। ਇਕੱਲੀ ਜਵਾਨ ਕੁੜੀ ਕਿੱਧਰ ਜਾਂਦੀ? ਜਾਂ ਫਿਰ ਕੋਈ ਗਲਤ ਕੰਮ ਕਰਦੀ, ਜਾਂ ਫਿਰ ਆਪਣੇ ਜਿਸਮ ਨੂੰ ਵੇਚਦੀ। ਕੀ ਕਰਦੀ? ਇਹ ਦੁਨੀਆ ਉਸ ਨੂੰ ਟਿਕਣ ਨਹੀਂ ਸੀ ਦਿੰਦੀ। ਇਸ ਲਈ ਉਸਨੇ ਜੋ ਕੀਤਾ ਬਹੁਤ ਵਧੀਆ ਕੀਤਾ ਸੀ। ਮੇਰੇ ਭਾਈ ਉਸ ਦੀ ਖੂਬਸੂਰਤੀ ਪਿੱਛੇ ਆਪਣੀ ਘਰਵਾਲੀ ਨੂੰ ਧੋਖਾ ਦੇ ਰਹੇ ਸੀ, ਜੋ ਕਿ ਗਲਤ ਹੈ। ਉਹਨਾਂ ਦੇ ਨਾਲ ਵੀ ਜੋ ਹੋਇਆ ਸਹੀ ਹੋਇਆ। ਮੈਂ ਤਾਂ ਵੈਸੇ ਵੀ ਅਜਿਹੇ ਮਰਦਾਂ ਦੇ ਖਿਲਾਫ ਹੈ ਜੋ ਆਪਣੀ ਘਰਵਾਲੀ ਨੂੰ ਧੋਖਾ ਦਿੰਦੇ ਹਨ। ਮੈਨੂੰ ਕਦੀ-ਕਦੀ ਉਸ ਦੀ ਫਿਕਰ ਹੁੰਦੀ ਹੈ ਕਿ ਜੇ ਕੋਈ ਇਨਕੁਆਇਰੀ ਹੋ ਗਈ ਤਾਂ ਕੀ ਬਣੂਗਾ। ਪਰ ਇਹ ਕਿਵੇਂ ਕਰ ਸਕਦੇ ਸੀ, ਕਿਉਂਕਿ ਇਹ ਵੀ ਉਸ ਤੋਂ ਜਾਨ ਛੁਡਾਉਣਾ ਚਾਹੁੰਦੇ ਸੀ। ਹੁਣ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਸੀ। ਮੈਂ ਆਪਣੇ ਘਰ ਵਿੱਚ ਖੁਸ਼ ਸੀ। ਘਰ ਵਿੱਚ ਹਰ ਇੱਕ ਚੀਜ਼ ਸੀ ਜੋ ਕਿ ਮੈਨੂੰ ਰਾਧਿਕਾ ਨੇ ਦਿੱਤੀ। ਮੈਂ ਬਚਪਨ ਵਿੱਚ ਉਸ ਨਾਲ ਕਿੰਨਾ ਗਲਤ ਕੀਤਾ, ਪਰ ਉਸਨੇ ਮੈਨੂੰ ਮਾਫ਼ ਕਰ ਦਿੱਤਾ ਅਤੇ 1 ਮਿੰਟ ਵਿੱਚ ਹੀ ਮੇਰੀ ਜ਼ਿੰਦਗੀ ਪਲਟ ਦਿੱਤੀ। ਮੇਰੀ ਜ਼ਿੰਦਗੀ ਵਿੱਚ ਉਸਨੇ ਖੁਸ਼ੀਆਂ ਕਰ ਦਿੱਤੀਆਂ। ਅਜਿਹੇ ਦੋਸਤ ਬਹੁਤ ਘੱਟ ਲੋਕਾਂ ਨੂੰ ਮਿਲਦੇ ਹਨ। ਮੈਂ ਹਮੇਸ਼ਾ ਉਸ ਦੀ ਖੁਸ਼ੀ ਲਈ ਪ੍ਰਾਰਥਨਾ ਕਰਦੀ ਹਾਂ ਕਿ ਉਹ ਜਿੱਥੇ ਵੀ ਹੈ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹੇ ਅਤੇ ਤੰਦਰੁਸਤ ਰਹੇ। ਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।